ਸੋਮ ਪ੍ਰਕਾਸ਼ ਜੀ, ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਤੇ। ਨਮਸਕਾਰ ਜੀ। ਜਿਵੇਂ ਤੁਸੀਂ ਇੰਚਾਰਜ ਹੋ, ਲਗਾਤਾਰ ਆਪਾਂ ਦੇਖ ਰਹੇ ਹਾਂ ਰੋਜ਼ਾਨਾ ਤੁਸੀਂ ਜੁਆਇਨਿੰਗਾਂ ਵੀ ਕਰਾ ਰਹੇ ਹੋ, ਪਿੰਡਾਂ 'ਚ ਵੀ ਘੁੰਮ ਰਹੇ ਹੋ, ਸ਼ਹਿਰਾਂ 'ਚ ਵੀ ਘੁੰਮ ਰਹੇ ਹੋ, ਬਹੁਤ ਜ਼ਿਆਦਾ ਪ੍ਰਚਾਰ ਤੁਸੀਂ ਕਰ ਰਹੇ ਹੋ ਕਿ ਤੁਹਾਡੇ 'ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਇਹ ਜ਼ਿੰਮੇਵਾਰੀ ਤੁਸੀਂ ਪੂਰੀ ਤਰ੍ਹਾਂ ਨਿਭਾ ਪਾਓਗੇ? ਨਿਭਾ ਪਾਉਣ ਦਾ ਮਤਲਬ ਇਹ ਹੈ ਕਿ 13 ਮਈ ਨੂੰ ਨਤੀਜੇ ਤੁਹਾਡੇ ਹੱਕ ਦੇ ਵਿੱਚ ਆਉਣ ਵਾਲੇ ਨੇ। ਦੇਖੋ, ਇਲੈਕਸ਼ਨ ਥੋੜ੍ਹੇ ਮਹੀਨਿਆਂ ਲਈ ਹੈ, 1 ਸਾਲ ਰਹਿੰਦਾ, ਮਈ 'ਚ ਜਾ ਕੇ ਅਗਲੀ ਦੁਬਾਰਾ ਚੋਣ ਹੋਣੀ ਹੈ। ਇਹ ਫਿਰ ਵੀ ਸਾਰੀਆਂ ਪਾਰਟੀਆਂ ਲਈ ਬੇਕਾਰ ਦਾ ਸਵਾਲ ਹੈ। ਆਮ ਆਦਮੀ ਪਾਰਟੀ ਜਿਹਨਾਂ ਦਾ ਉਹਨਾਂ ਦਾ ਆਪਣਾ ਕਹਿੰਦੇ ਸੀ ਸਾਡਾ ਰਾਜਧਾਨੀ ਹੈ ਸੰਗਰੂਰ, ਉੱਥੇ ਪਹਿਲੀ ਇਲੈਕਸ਼ਨ ਬਹੁਤ ਜਲਦੀ ਹਾਰ ਗਏ ਸੀ ਔਰ ਦੂਜੀ ਵਾਰ ਝਟਕਾ ਉਹਨਾਂ ਨੂੰ ਲੱਗਣ ਵਾਲਾ ਹੈ ਇੱਥੇ। ਇਸ ਕਰਕੇ ਉਹ ਪ੍ਰੈਸਟੀਜ ਦਾ ਇਸ਼ੂ ਹੈ। ਸਰਕਾਰ ਮੌਕੇ ਦੀ ਹੈ, ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ। ਮਾਨ ਸਾਹਿਬ ਸਾਡੇ ਸੱਜਣ ਨੇ, ਮਿੱਤਰ ਵੀ ਨੇ, ਇਕੱਠੇ ਅਸੀਂ ਪਾਰਲੀਮੈਂਟ 'ਚ ਰਹੇ ਹਾਂ, ਪਰ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ ਕਿਉਂਕਿ ਉਹਦੀ ਇੱਜ਼ਤ ਦਾ ਸਵਾਲ ਜਾਂ ਪ੍ਰੈਸਟੀਜ ਇਸ਼ੂ ਹੈ। ਇਸੇ ਤਰ੍ਹਾਂ ਕਾਂਗਰਸ ਦੀ ਆਪਣੀ ਸੀਟ ਹੈ, ਉਹਨੂੰ ਰਿਟੇਨ ਕਰਨ ਦੀ ਕੋਸ਼ਿਸ਼ ਕਰਨਗੇ। ਅਕਾਲੀ ਦਲ ਬਹੁਤ ਜਲਦੀ ਨਾਲ ਥੱਲੇ ਡਿੱਗ ਰਿਹਾ, ਉਹ ਆਪਣੇ ਪੈਰ ਲਾਉਣ ਦੀ ਕੋਸ਼ਿਸ਼ ਕਰਦੇ ਆ। ਪੰਜਾਬ ਵਿੱਚ ਜਿਵੇਂ ਤੁਸੀਂ ਕਿਹਾ, ਸਾਡੇ ਲਈ ਇੱਕ ਨਵੀਂ ਸ਼ੁਰੂਆਤ ਹੋ ਰਹੀ ਆ। ਪਹਿਲੀ ਵਾਰ ਅਸੀਂ ਇਲੈਕਸ਼ਨ ਲੜ ਰਹੇ ਹਾਂ ਇਕੱਲੇ, ਇਸ ਕਰਕੇ ਅਸੀਂ ਸਾਰਾ ਜ਼ੋਰ ਲਾ ਕੇ ਇਹਨੂੰ ਲੜ ਰਹੇ ਹਾਂ। ਔਰ ਵਧੀਆ ਤਾਂ ਗੱਲ ਇਹ ਹੈ ਕਿ ਸਾਡੀ ਆਸ ਤੋਂ ਕਿਤੇ ਵੱਧ ਲੋਕਾਂ ਵੱਲੋਂ ਰਿਸਪੌਂਸ ਮਿਲ ਰਿਹਾ। ਸ਼ਹਿਰ ਤਾਂ ਸਾਡਾ ਪਹਿਲਾਂ ਜ਼ੋਰ ਕਹਿ ਸਕਦੇ ਹਾਂ, ਸਾਡੀ ਚੰਗੀਆਂ ਵੋਟਾਂ ਮਿਲਦੀਆਂ ਕਿਉਂਕਿ ਇਹ ਵੋਟਾਂ ਇਹ ਇਲੈਕਸ਼ਨਾਂ ਫਿਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੇ ਸਿੰਬਲ 'ਤੇ ਲੜਦੇ ਹਾਂ। ਪਿੰਡਾਂ ਵਿੱਚ ਜਦ ਅਸੀਂ ਨਿਕਲੇ ਹਾਂ, ਪਹਿਲਾਂ ਸਾਨੂੰ ਵੀ ਥੋੜ੍ਹੀ ਝਿਜਕ ਸੀ, ਪਰ ਜਿਸ ਤਰ੍ਹਾਂ ਲੋਕਾਂ ਨੇ ਸਪੋਰਟ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਹੈ ਜਿਹੜੀ ਲੋਕਾਂ ਨੂੰ ਜਾਨ ਮਾਲ ਦੀ ਸੁਰੱਖਿਆ ਦੇ ਸਕਦੀ ਹੈ, ਜਿਹੜੀ ਲੋਕਾਂ ਦੀ ਰੱਖਿਆ ਕਰ ਸਕਦੀ ਹੈ, ਜਿਹੜੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਜੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਸਾਰੀ ਦੁਨੀਆ 'ਚ ਨਾਂ ਕਮਾਇਆ, ਇਸ ਕਰਕੇ ਲੋਕੀ ਪ੍ਰਭਾਵਿਤ ਨੇ ਨਰਿੰਦਰ ਭਾਈ ਮੋਦੀ ਜੀ ਤੋਂ। ਮੋਦੀ ਜੀ ਦੇ ਨਾਂ 'ਤੇ ਵੋਟਾਂ ਪੈਂਦੀਆਂ ਔਰ ਇਹ ਵੀ ਲੋਕੀ ਕਹਿੰਦੇ ਨੇ ਵੀ ਯੋਗੀ ਵਰਗੀ ਸਰਕਾਰ ਤੇ ਚਾਹੀਦੀ ਹੈ। ਯੋਗੀ ਇੱਕ ਬ੍ਰਾਂਡ ਬਣ ਗਏ, ਹਰ ਇੱਕ ਚਾਹੁੰਦਾ ਸਾਡੀ ਜਾਨ ਮਾਲ ਦੀ ਸੁਰੱਖਿਆ ਹੋਵੇ ਔਰ ਯੋਗੀ ਦਾ ਨਾਂ ਸਾਰੇ ਪਿੰਡਾਂ 'ਚ ਬੱਚੇ ਵੀ ਨਾਂ ਲੈਂਦੇ ਨੇ, ਬਜ਼ੁਰਗ ਵੀ ਨਾਂ ਲੈਂਦੇ ਨੇ, ਲੇਡੀਜ਼ ਵੀ ਨਾਂ ਲੈਂਦੀ ਆ। ਹਰ ਕਹਿੰਦਾ ਵੀ ਜੇ ਉਸ ਤਰ੍ਹਾਂ ਦਾ ਰਾਜ ਚਾਹੀਦਾ ਜਿੱਥੇ ਸਾਰੇ ਅਸੀਂ ਸੁਰੱਖਿਅਤ ਮਹਿਸੂਸ ਕਰ ਸਕੀਏ। ਕੀ ਇਹ ਸਿਰਫ ਕਾਫੀ ਹੋਏਗਾ ਕਿ ਮੋਦੀ ਔਰ ਯੋਗੀ ਦੇ ਨਾਮ 'ਤੇ ਤੁਸੀਂ ਵੋਟਾਂ ਮੰਗੋ? ਜਿਹੜੇ ਤੁਹਾਡੇ ਉਮੀਦਵਾਰ ਨੇ, ਤੁਸੀਂ ਦੂਜੀ ਪਾਰਟੀ ਤੋਂ ਉਹਨਾਂ ਨੂੰ ਥੋੜ੍ਹੇ ਦਿਨ ਪਹਿਲਾਂ ਹੀ ਲੈ ਕੇ ਆਏ ਹੋ, ਇੰਨੇ ਅਗਰੈਸਿਵ ਵੀ ਨਜ਼ਰ ਨਹੀਂ ਆ ਰਹੇ। ਇੱਦਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਉਹ ਵਿਖਾਈ ਦੇ ਰਹੇ ਹੋ, ਕਿਉਂਕਿ ਪਾਰਟੀ ਦੀ ਸਟ੍ਰੈਟਜੀ ਜਿੱਥੇ ਤੱਕ ਮੈਂ ਸਮਝ ਰਿਹਾ ਕਿ ਇਹੀ ਕਿ ਮੋਦੀ ਦੇ ਨਾਂ 'ਤੇ, ਕਮਲ ਦੇ ਫੁੱਲ ਦੇ ਨਾਂ 'ਤੇ ਜਾਂ ਯੋਗੀ ਦਾ ਜੋ ਕੰਮ ਹੈ ਉਹ ਦਿਖਾ ਕੇ ਵੋਟਾਂ ਲੈ ਲਈਏ। ਪੰਜਾਬ 'ਚ ਤਾਂ ਇਹ ਫੈਕਟਰ ਸੋਮ ਪ੍ਰਕਾਸ਼ ਜੀ ਚੱਲਿਆ ਨਹੀਂ ਸੀ ਪਹਿਲੇ, ਹੁਣ ਚੱਲ ਜੂ। ਤੁਸੀਂ ਇਹ ਨਾ ਸਮਝੋ ਮੋਦੀ ਜੀ ਦਾ ਨਾਂ ਕਿਉਂ ਹੈ। ਮੋਦੀ ਜੀ ਦਾ ਨਾਂ ਹੈ ਵਿਕਾਸ ਕਰਕੇ, ਮੋਦੀ ਜੀ ਦਾ ਨਾਂ ਹੈ ਸੁਰੱਖਿਆ ਕਰਕੇ, ਮੋਦੀ ਦਾ ਨਾਂ ਹੈ ਦੇਸ਼ ਦੀ ਤਰੱਕੀ ਕਰਕੇ, ਮੋਦੀ ਦਾ ਨਾਂ ਹੈ ਦੁਨੀਆ 'ਚ ਨਾਂ ਪੈਦਾ ਕਰਨ ਕਰਕੇ। ਇਹ ਸਾਰੀਆਂ ਚੀਜ਼ਾਂ ਲੈ ਕੇ ਜੇ ਚੱਲਦੇ ਆ ਅਤੇ ਮੋਦੀ ਦਾ ਨਾਂ ਲੈਂਦੇ ਆ, ਇਹਦਾ ਮਤਲਬ ਦੇਸ਼ ਤੇਜ਼ੀ ਨਾਲ ਤਰੱਕੀ ਕਰੇਗਾ। ਅੱਜ ਦੇਸ਼ ਦੁਨੀਆ 'ਚ ਸਭ ਤੋਂ ਤਰੱਕੀ ਕਰਨ ਵਾਲਾ ਦੇਸ਼ ਹੈ। 7% ਗਰੋਥ ਰੇਟ, ਕੋਈ ਨੇੜੇ ਵੀ ਨਹੀਂ ਪਹੁੰਚਦਾ ਇਹਦੇ। ਇੰਡੀਆ ਤਰੱਕੀ ਕਰ ਰਿਹਾ ਔਰ ਐਕਸਪੋਰਟ ਇੱਥੇ ਸਭ ਤੋਂ ਜ਼ਿਆਦਾ ਮੈਕਸੀਮਮ ਹੋ ਰਹੇ ਨੇ। 5ਵੀਂ ਸਭ ਤੋਂ ਵੱਡੀ ਇਕੋਨਮੀ ਬਣੀ ਹੈ। ਇੰਗਲੈਂਡ ਨੂੰ ਪਿੱਛੇ ਛੱਡ ਕੇ ਅਸੀਂ ਅੱਗੇ ਆਏ ਹਾਂ। ਇੰਗਲੈਂਡ ਜਿਹੜੇ ਸਾਥੇ 200 ਸਾਲ ਰਾਜ ਕੀਤਾ ਦੇਸ਼ 'ਤੇ, ਉਹਦਾ 5ਵਾਂ ਸਥਾਨ ਸੀ, ਉਹਨੂੰ ਛੱਡ ਕੇ ਅਸੀਂ ਅੱਗੇ ਆਏ ਹਾਂ। ਔਰ ਆਉਣ ਵਾਲੇ ਸਮੇਂ 'ਚ 2 ਦੇਸ਼ ਹੋਰ ਸਭ ਤੋਂ ਅੱਗੇ ਜਿਹੜੇ ਨੇ, ਜਰਮਨੀ ਅਤੇ ਜਾਪਾਨ ਸਭ ਤੋਂ ਅੱਗੇ, ਥੋੜ੍ਹੇ ਜਿਹੇ ਅੱਗੇ ਨੇ। ਇਹਨਾਂ ਨੂੰ ਪਿੱਛੇ ਛੱਡ ਕੇ ਅਸੀਂ 3ਜੇ ਨੰਬਰ 'ਤੇ ਬਹੁਤ ਜਲਦੀ ਆਵਾਂਗੇ। ਇਹ ਛੋਟੀਆਂ ਪ੍ਰਾਪਤੀਆਂ ਨੇ। ਦੇਸ਼ ਵਿੱਚ ਇਨਵੈਸਟਮੈਂਟ ਕਰਨ ਲਈ ਕੋਈ ਡੈਸਟੀਨੇਸ਼ਨ UNO ਕਹਿੰਦੀ ਹੈ ਜਾਂ ਵਰਲਡ ਬੈਂਕ ਕਹਿੰਦਾ, ਉਹਦੇ ਮੁਤਾਬਕ ਦੇਸ਼ ਦੇ ਲਈ ਸਭ ਤੋਂ ਵੱਡਾ ਇਨਵੈਸਟਮੈਂਟ ਲਈ ਡੈਸਟੀਨੇਸ਼ਨ ਹੈ ਉਹ ਇੰਡੀਆ ਗਿਣਿਆ ਜਾਂਦਾ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕਲੇਮ ਕਰਦੀ ਹੈ, ਕਹਿੰਦੇ ਅਸੀਂ ਕੰਮ ਬਹੁਤ ਕੀਤੇ, ਰੈਵਨਿਊ ਵਧਾਤਾ, ਲਾਅ ਐਂਡ ਆਰਡਰ ਵੀ ਆਪਾਂ ਠੀਕ ਕਰਤਾ, ਸਭ ਕੁਝ ਠੀਕ ਕਰਤਾ। ਔਰ ਕੇਜਰੀਵਾਲ ਜਲੰਧਰ ਆਏ, ਉਹ ਕਹਿੰਦੇ ਕਿ ਵੋਟ ਤੁਸੀਂ ਕਿਸੇ ਹੋਰ ਨੂੰ ਪਾ ਦੋਗੇ ਉਹਦਾ ਕੀ ਫਾਇਦਾ ਹੋਏਗਾ, ਕੰਮ ਤਾਂ ਸਾਡੇ ਤੋਂ ਹੀ ਕਰਾਣੇ। ਦੇਖੋ, ਇਹ ਕਹਿੰਦਾ ਤਾਂ ਉਹਨਾਂ ਦੀ ਸਰਕਾਰ ਹੈ, ਉਹਨਾਂ ਨੇ ਇਹੀ ਕਹਿਣਾ। ਉਹਨੇ ਇਹ ਵੀ ਕਹਿਣਾ ਸੀ ਕੰਮ ਬਹੁਤ ਕੀਤੇ, ਕਹਿਣਗੇ ਅਸੀਂ ਨਹੀਂ ਕੀਤੇ। ਲੋਕੀ ਕੀ ਕਹਿੰਦੇ ਨੇ, ਮੀਡੀਆ ਕੀ ਕਹਿੰਦਾ, ਤੁਸੀਂ ਕੀ ਕਹਿੰਦੇ ਹੋ? ਪੰਜਾਬ 'ਚ ਸ਼ਾਂਤੀ ਆ ਗਈ, ਨਸ਼ਾ ਮੁੱਕ ਗਿਆ। ਨਸ਼ਾ ਕਹਿੰਦੇ ਅਸੀਂ 3 ਮਹੀਨੇ 'ਚ ਮੁਕਾ ਦਾਂਗੇ, ਨਸ਼ਾ ਤਾਂ ਘਰ ਘਰ ਪਹੁੰਚ ਗਿਆ। ਪਰ ਸਰ, ਜਦੋਂ ਉਹ ਕਹਿੰਦੇ ਨੇ ਕਿ ਜੇ ਕੰਮ ਤੁਸੀਂ ਸਾਡੇ ਤੋਂ ਕਰਾਣੇ, ਕੰਮ ਤਾਂ ਸਾਡੇ ਕੋਲ ਹੀ ਲੈ ਕੇ ਆਓਗੇ, ਉਹਨਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦਾ ਫਿਰ ਇਹ ਤਾਂ ਲੋਕਾਂ ਤੇ ਕਹਿਣਗੇ ਨਾ ਕਿ ਬਈ ਹਾਂ ਕੰਮ ਤਾਂ ਇਹਨਾਂ ਤੋਂ ਕਰਾਣੇ, ਫਿਰ ਆਪਾਂ ਇਹਨਾਂ ਨੂੰ ਹੀ ਵੋਟ ਪਾ ਦਿਓ। ਇਹਦਾ ਮਤਲਬ ਤਾਂ ਜਿੱਥੇ ਕਿਸੇ ਦੀ ਸਰਕਾਰ ਬਣ ਕੇ ਬਦਲੇਗੀ ਨਹੀਂ, ਵੀ ਸਾਤੋਂ ਕੰਮ ਕਰਾਣੇ ਆ। ਲੋਕੀ ਇਹਨਾਂ ਨੂੰ ਜਦ ਵੋਟਾਂ ਪਾਈਆਂ ਸੀ, ਇਹਨਾਂ ਦੇ ਕਿਤੇ ਲੱਭਦੇ ਵੀ ਨਹੀਂ ਸੀ, ਕਿਤੇ ਪਿੰਡਾਂ 'ਚ ਬੂਥ ਵੀ ਨਹੀਂ ਲੱਗਿਆ ਸੀ। ਲੋਕਾਂ ਨੇ ਹਵਾ ਚੱਲੀ, 92 ਸੀਟਾਂ ਇਹਨਾਂ ਨੂੰ ਦੇ ਦਿੱਤੀਆਂ। ਫਿਰ ਹਵਾ ਇਹਨਾਂ ਦੇ ਉਲਟ ਚੱਲੀ, ਇਹਨਾਂ ਨੂੰ ਇਹਨਾਂ ਦੇ ਜਿਹਨੂੰ ਕਹਿੰਦੇ ਸਾਡਾ ਰਾਜਧਾਨੀ ਆ ਸੰਗਰੂਰ, ਉੱਥੇ ਬੁਰੀ ਤਰ੍ਹਾਂ ਹਰਾਤਾ। ਤਾਂ ਲੋਕਾਂ ਦੀ ਭਾਵਨਾ ਨੂੰ ਦੇਖਣਾ। BJP ਦਾ ਤਾਂ ਇੱਕ ਬੱਦਲ ਹੈ ਬਿਨਾਂ ਬਾਦਲਾਂ ਤੋਂ,
ਇਹ ਬੱਦਲ ਬਣੇ ਹੋਏ ਨੇ, ਬੱਦਲ ਥੋੜੀ ਥੋੜੀ ਜਗ੍ਹਾ ਛੱਡ ਕੇ, ਜਿਵੇਂ ਮੰਨ ਲਓ ਸ਼ਹਿਰ 'ਚ ਬੱਦਲ ਹੈਗੇ ਨੇ, ਉਸ ਤੋਂ ਬਾਅਦ ਪਿੰਡੂ ਖੇਤਰ ਦੇ ਵਿੱਚ ਫਿਰ ਉਹ ਬੱਦਲ ਨਹੀਂ ਹੈਗੇ, ਫਿਰ ਥੋੜੇ ਜਿਹੇ ਨਕੋਦਰ ਇਦਾਂ ਦੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਬੱਦਲ ਤੇ ਹੁੰਦੇ ਨੇ। ਤੁਹਾਨੂੰ ਉਮੀਦ ਹੈ ਕਿ ਉਹ ਬੱਦਲ ਵਰਖਾ ਵੀ ਹੋਏਗੀ ਉਹਨਾਂ ਤੋਂ, ਪਰ ਪਿੰਡਾਂ ਦੇ ਵਿੱਚ ਜਿਹੜੇ ਇਲਾਕੇ ਖਾਲੀ ਨੇ ਉਹਨਾਂ ਨੂੰ ਤੁਸੀਂ ਸਪੈਸ਼ਲੀ ਕਵਰ ਕਿੰਨਾ ਕੁ ਕਰ ਪਾਏ ਹੋ? ਅਸੀਂ ਸਾਰੇ ਜ਼ੋਰ ਪਿੰਡਾਂ ਤੇ ਲਾ ਰਹੇ ਹਾਂ। ਕੱਲ੍ਹ ਸਾਡਾ ਡੋਰ ਟੂ ਡੋਰ ਕੰਪੇਨ ਹੋਣੀ ਆ, ਪਿੰਡਾਂ 'ਚ ਵੀ ਹੋਣੀ ਆ, ਸ਼ਹਿਰਾਂ 'ਚ ਵੀ ਹੋਣੀ ਆ। ਹਰ ਇੱਕ ਜਿੱਥੇ ਸਾਰੇ ਜਿਹੜੇ ਸਾਡੇ MP ਆਏ ਨੇ, ਲੀਡਰ ਆਏ ਨੇ, ਮੰਤਰੀ ਆਏ ਨੇ, ਹਰ ਕੋਈ ਇੱਕ ਇੱਕ ਅਸੀਂ ਮੰਡਲ ਦਿੱਤਾ। ਮੰਡਲ ਵੀ 40-50 ਬੂਥ ਦਾ ਇੰਚਾਰਜ ਬਣਾਇਆ, ਜਿਹਨੇ 20 ਦਿਨ ਉੱਥੇ ਕੰਮ ਕਰਨਾ। ਮੈਂ ਆਪ ਪਿੰਡਾਂ 'ਚ ਗਿਆ ਜਿੱਥੇ ਕੋਈ ਵੀ ਨਹੀਂ ਜਾਣਦਾ, ਨਾਲ ਕਿਸੇ ਜਿਹੜੇ ਨਾਲ ਕੋਈ ਬੰਦਾ ਗਿਆ ਉਹਨੂੰ ਵੀ ਨਹੀਂ ਜਾਣਦਾ, ਉੱਥੇ ਜਾ ਕੇ ਦੇਖਿਆ ਜਿਹਦੇ ਕੋਲ ਖੜੇ ਆ ਲੋਕੀ ਬੜਾ ਸਤਿਕਾਰ ਕਰਦੇ ਨੇ ਔਰ ਮੰਨਦੇ ਨੇ ਵੀ ਜੋਗੀ ਵਰਗੀ ਸਰਕਾਰ ਚਾਹੀਦੀ ਆ। ਇਹ ਵੀ ਕਹਿੰਦੇ ਨੇ ਮੋਦੀ ਸਾਹਿਬ ਨੇ ਬਹੁਤ ਕੰਮ ਕੀਤਾ, ਦੇਸ਼ ਜੇ ਸੁਰੱਖਿਅਤ ਹੈ ਤਾਂ ਜੋਗੀ ਦੇ ਮੋਦੀ ਜੀ ਦੇ ਹੱਥਾਂ ਵਿੱਚ ਹੈ। ਇਸ ਕਰਕੇ ਲੋਕੀ ਬਿਠਾਉਂਦੇ ਵੀ ਨੇ, ਗੱਲਾਂ ਵੀ ਕਰਦੇ ਨੇ ਔਰ ਭਾਰਤੀ ਜਨਤਾ ਪਾਰਟੀ ਜੁਆਇਨ ਵੀ ਕਰਦੇ ਨੇ। ਮੈਂ 2 ਪਿੰਡਾਂ 'ਚ ਗਿਆ, 15-15, 20 ਲੋਕਾਂ ਨੇ ਜੁਆਇਨ ਕੀਤਾ, ਗੱਲ 'ਚ ਪਟਕਾ ਪਾਇਆ ਔਰ ਪ੍ਰਣ ਕੀਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਾਂਗੇ। ਇੱਕ ਵੱਡਾ ਬਦਲਾਵ ਆ ਰਿਹਾ, ਇਹ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ ਸੀ। ਜੇ ਉਹਨਾਂ ਨੂੰ ਉੱਦਾਂ ਵੋਟਾਂ ਪਾਈਆਂ ਤਾਂ ਮੋਦੀ ਦੇ ਨਾਂ 'ਤੇ ਤਾਂ ਲੋਕਾਂ ਨੇ ਪਾਣੀਆਂ। ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਤਾਂ ਬੜੇ ਲੰਮੇ ਸਮੇਂ ਤੋਂ ਇਸ ਇਲੈਕਸ਼ਨਾਂ ਦੀ ਤਿਆਰੀਆਂ ਕਰ ਰਹੇ ਸੀਗੇ, ਆਫ ਰਿਕਾਰਡ ਵੀ ਤਿਆਰੀਆਂ ਕਰ ਰਹੇ ਸੀਗੇ, ਉਮੀਦਵਾਰ ਲੱਭਣ ਦੇ ਵਿੱਚ ਤੁਹਾਡੀ ਵੀ ਬੜੀ ਚੋਇਸ ਹੋਏਗੀ। ਜਦੋਂ ਤੁਸੀਂ ਉਮੀਦਵਾਰ ਲੈ ਕੇ ਆ ਰਹੇ ਹੋ, ਇੰਦਰਪਾਲ ਅਟਵਾਲ ਹੀ ਕਿਉਂ ਨਹੀਂ ਜਿਹੜੇ ਤੁਸੀਂ ਪਹਿਲਾਂ ਪਾਰਟੀਆਂ 'ਚ ਸ਼ਾਮਿਲ ਕਰਾਏ, DCP ਰਜਿੰਦਰ ਸਿੰਘ ਸੀਗੇ, ਸਾਬਕਾ DCP, ਜਾਂ ਹੋਰ ਤੁਹਾਡੀ ਪਾਰਟੀਆਂ ਦੇ ਪੁਰਾਣੇ ਲੀਡਰ ਸੀਗੇ, ਉਹਨਾਂ ਨੂੰ ਤੁਸੀਂ ਚੋਇਸ ਕਿਉਂ ਨਹੀਂ ਬਣਾਇਆ? ਇਹਦੇ ਪਿੱਛੇ ਕੀ ਹੈ, ਕਿ ਫਾਰਮੂਲਾ ਕੀ ਹੈ? ਕੋਈ ਫਾਰਮੂਲਾ ਨਹੀਂ। ਦੇਖੋ, ਸਾਰੇ ਯੋਗ ਵਿਅਕਤੀ ਸੀ। 3 ਜਣੇ ਦੇ ਨਾਂ ਇੱਥੋਂ ਜਾਂਦੇ ਆ, 3 ਜਣੇ ਦੇ ਨਾਂ ਭੇਜੇ ਸੀ। 2 ਬਾਕੀ ਕਿਹੜੇ ਸੀ? ਚਲੋ 2 ਜਸਵਿੰਦਰ ਸਿੰਘ ਤੁਸੀਂ ਨਾਂ ਲਿਆ, ਉਹ ਵੀ ਵਿੱਚ ਸੀ। ਸਾਡੇ ਪਾਰਟੀ ਦੇ ਹੋਰ 1-2 ਬੰਦੇ ਸੀ, ਉਹਨਾਂ ਦੇ ਨਾਂ ਵੀ ਵਿੱਚ ਗਏ। ਪਰ ਇਹਦਾ ਪਾਰਲੀਮੈਂਟਰੀ ਬੋਰਡ ਡਿਸਕਸ ਕਰਦਾ, ਉੱਥੇ ਸਾਰੀ ਗੱਲ ਉਹਦੇ ਸਾਹਮਣੇ ਆਉਂਦੀ ਆ। ਉਹਨੇ ਸਰਵੇ ਵੀ ਕਰਾ ਕੇ ਦੇਖਦੇ ਨੇ। ਵੈਸੇ ਇਹ ਪਰਿਵਾਰ ਜਿਹੜਾ ਹੈ, ਅਟਵਾਲ ਪਰਿਵਾਰ, ਲੋਕਾਂ ਜਾਣਿਆ ਪਛਾਣਿਆ, ਤੇ ਪਿਛਲੀ ਵਾਰੀ ਉਹਨਾਂ ਨੇ ਇਲੈਕਸ਼ਨ ਥੋੜ੍ਹੀਆਂ ਵੋਟਾਂ ਨਾਲ ਹਾਰੇ ਸੀ। ਨਾਲੇ ਅਟਵਾਲ ਸਾਹਿਬ ਇੱਥੇ ਪਾਰਲੀਮੈਂਟ ਵਿਧਾਨ ਸਭਾ 'ਚ ਉਹਨਾਂ ਨੇ ਕੰਮ ਵੀ ਕੀਤਾ, ਸਾਡੇ ਸਪੀਕਰ ਸੀ। ਬਹੁਤ ਵਧੀਆ ਔਰ ਇਨਸਾਨ ਨੇ, ਔਰ ਬਹੁਤ ਵਧੀਆ ਔਰ ਉਹਦਾ ਨਾਂ ਵੀ ਹੈ। ਸਾਰੇ ਸਤਿਕਾਰ ਨਾਲ ਉਹਦਾ ਨਾਂ ਲੈਂਦੇ ਨੇ। ਇਹਦਾ ਐਡਵਾਂਟੇਜ ਵੀ ਹੈ। ਅਸੀਂ ਪਿੰਡਾਂ 'ਚ ਵੀ ਜਾ ਕੇ ਦੇਖਿਆ, ਜਿਹੜੇ ਲੋਕੀ ਉਹਨਾਂ ਨੂੰ ਜਾਣਦੇ ਨੇ, ਬਹੁਤ ਪਿਆਰ ਸਤਿਕਾਰ ਨਾਲ ਖੁੱਲ੍ਹ ਕੇ ਕਹਿੰਦੇ ਨੇ ਵੋਟਾਂ ਅਸੀਂ ਪਾਵਾਂਗੇ। ਅਸੀਂ ਤਾਂ ਇਹ ਸੁਣਦੇ ਕਿ ਤੁਹਾਡੇ ਲਈ ਇਸ ਇਲੈਕਸ਼ਨਾਂ ਦੀ ਜਿੱਤ ਤੋਂ ਵੱਡਾ ਇਹ ਵੀ ਇੱਕ ਕਾਰਨ ਹੋ ਸਕਦਾ ਇਸ ਇਲੈਕਸ਼ਨਾਂ ਦੇ ਵਿੱਚ, ਔਰ ਇੱਕ ਤੁਸੀਂ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਵੋਟਾਂ ਨੂੰ ਕਿੰਨਾ ਕੁ ਤੋੜ ਪਾਉਂਦੇ ਹੋ 2024 ਦੇ ਲਈ, ਤੁਹਾਨੂੰ ਇਹ ਪਤਾ ਲੱਗ ਜਾਏਗਾ। ਤੁਸੀਂ ਇਸੇ ਸਟ੍ਰੈਟਜੀ 'ਤੇ ਕੰਮ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਆਪਣੇ ਨਾਲ ਲੈ ਕੇ ਆਉਣਾ? ਦੇਖੋ, ਅਸੀਂ ਜਿੱਤਣ ਦੀ ਸਟ੍ਰੈਟਜੀ ਨਾਲ ਕੰਮ ਕਰ ਰਹੇ ਹਾਂ। ਜਿੱਤਣ ਲਈ ਸਾਨੂੰ ਆਮ ਆਦਮੀ ਪਾਰਟੀ ਦੀਆਂ ਵੋਟ ਜਿਹੜੇ ਟੁੱਟਣਗੇ, ਆਮ ਆਦਮੀ ਦਾ ਗ੍ਰਾਫ ਥੱਲੇ ਆ ਰਿਹਾ। ਜੇ ਲੱਖ ਵੋਟ ਉਹਦੀ ਘਟਦੀ ਆ ਤੇ ਫਿਰ ਜਾਣੀ ਕਿੱਥੇ ਆ? ਉਹ ਅਕਾਲੀ ਦਲ ਨੂੰ ਨਹੀਂ ਪੈਣੀ, ਉਹ ਕਾਂਗਰਸ ਦਾ ਉਹਦਾ ਟੁੱਟ ਰਹੀ ਹੈ। ਕਾਂਗਰਸ ਦੇ ਵੀ ਤੁਸੀਂ ਦੇਖੋ ਕਿ ਸਾਰੇ ਵੱਡੇ ਲੀਡਰ ਇਕੱਠੇ ਨੇ। ਨਵਜੋਤ ਸਿੰਘ ਸਿੱਧੂ ਇੱਥੇ ਪ੍ਰਚਾਰ ਕਰ ਰਹੇ ਨੇ, ਚਰਨਜੀਤ ਸਿੰਘ ਚੰਨੀ ਪ੍ਰਚਾਰ ਕਰ ਰਹੇ ਨੇ, ਦਲਿਤ ਫੈਕਟਰ ਇੱਥੇ ਚੱਲਦਾ, ਰਾਜਾ ਵੜਿੰਗ, ਪ੍ਰਤਾਪ ਬਾਜਵਾ ਇੱਥੇ ਡਟੇ ਹੋਏ ਨੇ, ਵੱਡੇ ਵੱਡੇ ਲੀਡਰ ਉਹ ਵੀ ਨੇ, ਉਹ ਪ੍ਰਚਾਰ ਕਰਦੇ ਨੇ। ਉਹ ਚੰਗੀ ਗੱਲ ਕਰ ਰਹੇ ਨੇ। ਜੇ ਤੁਹਾਨੂੰ ਡਰ ਨਹੀਂ ਲੱਗਦਾ? ਜੇ ਤੁਸੀਂ ਉਹਨਾਂ ਨੂੰ ਇਕੱਠੇ ਸਮਝਦੇ ਹੋ, ਫਿਰ ਮੈਂ ਅੰਦਰੋਂ ਹੋਣ ਨਾ ਹੋਣ, ਪਰ ਸਟੇਜ ਤੇ ਤਾਂ ਲੋਕਾਂ ਨੂੰ ਤਾਂ ਦਿਖਾ ਰਹੇ ਆ ਜੀ। ਲੋਕੀ ਵੀ ਜਾਣਦੇ ਆ। ਜਿੱਦਾਂ ਛਿੱਤਰ ਪ੍ਰਧਾਨ ਇਹਨਾਂ ਦਾ ਇਲੈਕਸ਼ਨ 2022 'ਚ ਹੋਇਆ, ਚੀਫ ਮਿਨਿਸਟਰ ਬੈਠਾ ਹੋਵੇ ਕੁਰਸੀ ਉੱਤੇ ਬੈਠੇ ਉਹਨੂੰ ਗਾਲਾਂ ਕੱਢੀ ਜਾਣ, ਉੱਤੇ ਕਹਿਣੇ ਝੂਠ ਬੋਲਦਾ, ਲੋਕਾਂ ਦਾ ਧੋਖਾ ਕਰਦਾ। ਇਸ ਤਰ੍ਹਾਂ ਦੀ ਪਾਰਟੀ ਤਾਂ ਦੇਖੀ ਕੋਈ ਨਹੀਂ। ਇਸ ਕਰਕੇ ਉਹਨਾਂ ਨੇ ਆਪਣੀ ਕੰਪੇਨ ਕਰਨੀ ਹੈ। ਪਰ ਉਹ ਕਹਾਵਤ ਹੋ ਸਕਦੀ ਨਾ ਕਿ ਸੂਬੇ ਦਾ ਬੁਲਾ ਕਰ ਕੋ, ਉਹ ਚਲੋ ਬਹੁਤ ਅੱਛੀ ਗੱਲ। ਦੇਖੋ, ਉਹ ਪਾਰਟੀ ਹੈ, ਪੁਰਾਣੀ ਪਾਰਟੀ ਹੈ, ਉਹਨਾਂ ਨੇ ਕੰਪੇਨ ਕਰਨੀ ਹੈ। ਪ੍ਰਤਾਪ ਸਿੰਘ ਬਾਜਵਾ ਸਾਡੇ ਪਾਰਲੀਮੈਂਟ 'ਚ ਅਸੀਂ ਇਕੱਠੇ ਰਹੇ ਹਾਂ, ਸੱਜਣ ਨੇ, ਬਹੁਤ ਵਧੀਆ ਨੇ, ਬੁਲਾਰੇ ਵਧੀਆ ਨੇ, ਮਿਹਨਤੀ ਨੇ। ਇੱਦਾਂ ਨਵਜੋਤ ਸਿੰਘ ਸਿੱਧੂ ਵੀ ਸਾਡੇ ਪੁਰਾਣੇ ਸਾਥੀ ਰਹੇ ਨੇ। ਸੋ ਹਰ ਕੋਈ ਮਿਹਨਤ ਕਰਨੀ ਆ, ਪਰ ਫੈਸਲਾ ਤਾਂ ਲੋਕਾਂ ਨੇ ਕਰਨਾ। ਲੋਕਾਂ ਦੇ ਫੈਸਲੇ ਦੇ ਵਿੱਚ ਜਿਵੇਂ ਆਪਾਂ ਫਾਰਮੂਲੇ ਦੀ ਗੱਲ ਕਰ ਰਹੇ ਹਾਂ, ਇੱਕ ਕੈਲਕੂਲੇਸ਼ਨਸ ਤਾਂ ਹੁੰਦੀ ਹੋਈ ਹੈ। ਤੁਸੀਂ ਅਕਾਲੀ ਦਲ ਨੂੰ ਤੁਸੀਂ ਮਿਸ ਕਰ ਰਹੇ ਹੋ। ਤੁਸੀਂ, ਤੁਹਾਡੇ ਤਾਂ ਬੜੀ ਵੱਡੀ ਜ਼ਿੰਮੇਵਾਰੀ। ਮੈਂ ਇਹ ਸਵਾਲ ਹਰ BJP ਦੇ ਲੀਡਰ ਨੂੰ ਪੁੱਛ ਰਿਹਾ, ਪਰ ਕੀ ਪਰਸਨਲੀ ਤੁਸੀਂ ਮਿਸ ਕਰ ਰਹੇ ਹੋ ਕਿ ਜੇ ਆਪਾਂ ਇਕੱਠੇ ਹੋਈਏ, ਮਤਲਬ ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋਣ, ਤਾਂ ਫਿਰ ਤਸਵੀਰ ਕੁਝ ਹੋਰ ਹੀ ਬਦਲ ਜਾਂਦੀ। ਜਿਹੜੀ ਤੁਸੀਂ 19,000 ਵੋਟਾਂ ਦੀ ਕਮੀ ਦੱਸ ਰਹੇ ਹੋ 2019 ਦੀ ਵੀ, ਉਹ ਇਕੱਠੇ ਸੀਗੇ ਤਾਂ ਨਤੀਜਾ ਸੀਗਾ। ਦੇਖੋ, ਕਿਸਾਨ ਐਜੀਟੇਸ਼ਨ ਚੱਲੀ, ਬੜੀ ਲੰਬੀ ਐਜੀਟੇਸ਼ਨ, ਸਾਲ ਤੋਂ ਬਾਅਦ ਸਭਾ ਚੱਲਦੀ ਰਹੀ। ਉਹਦੇ ਵਿੱਚ BJP ਨੇ ਤਾਂ ਨਹੀਂ ਛੱਡਿਆ, ਅਕਾਲੀ ਦਲ ਨੇ ਆਪ ਛੱਡੀ। ਗਠਨ ਸਾਡਾ ਸਾਥ ਜਦੋਂ ਛੱਡ ਕੇ ਚਲੇ ਗਏ, ਫਿਰ ਭਾਰਤੀ ਜਨਤਾ ਪਾਰਟੀ ਨੇ ਆਪਣਾ ਰਸਤਾ ਫੜ ਲਿਆ। ਸਾਨੂੰ ਕੋਈ ਕਮੀ ਮਹਿਸੂਸ ਨਹੀਂ ਹੁੰਦੀ। ਉਹ ਜ਼ਰੂਰ ਮਹਿਸੂਸ ਕਰਦੇ ਹੋਣਗੇ ਵੀ ਅਸੀਂ ਗਲਤ ਫੈਸਲਾ ਲਿਆ, ਲੇਕਿਨ ਸਾਨੂੰ ਹੋਰ ਸਾਥ ਜਿਹੜਾ ਲੋਕਾਂ ਦਾ ਮਿਲਿਆ,
ਉਹਨਾਂ ਨੂੰ ਸਾਥ ਲੋਕਾਂ ਹੀ ਛੱਡ ਰਹੇ ਨੇ, ਲੋਕ ਸਾਡੇ ਨਾਲ ਸਾਥ ਜੁੜ ਰਿਹਾ। ਦੇਖੋ ਕੰਪੈਰੀਜ਼ਨ ਦੇਖੋ ਔਰ ਹਾਲਾਤ ਦੇਖੋ। ਅਕਾਲੀ ਦਲ ਤੋਂ ਲੋਕੀ ਛੱਡ ਕੇ ਪਿੱਛੇ ਜਾ ਰਹੇ ਨੇ ਔਰ ਸਾਡੇ ਨਾਲ ਲੋਕੀ ਹਰ ਵਰਗ ਦੇ ਲੋਕੀ ਜੁੜ ਰਹੇ ਨੇ, ਚਾਹੇ ਕਾਂਗਰਸ 'ਚੋਂ ਆ ਰਹੇ ਨੇ, ਚਾਹੇ ਅਕਾਲੀ ਦਲ 'ਚੋਂ ਆ ਰਹੇ ਨੇ, ਚਾਹੇ ਹੋਰ ਬੀਜੇਪੀ ਦੂਜੇ ਗਰੁੱਪਾਂ 'ਚੋਂ ਆ ਰਹੇ ਨੇ, ਸਾਡੇ ਜੁੜ ਰਹੇ ਨੇ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਤੁਸੀਂ ਜਲੰਧਰ ਦੇ ਮੁੱਦੇ ਕੀ ਮਹਿਸੂਸ ਕਰ ਰਹੇ ਹੋ ਕਿ ਜੇਕਰ ਲੋਕ ਤੁਹਾਡੇ ਉਮੀਦਵਾਰ ਨੂੰ ਜਿਤਾ ਦਿੰਦੇ ਨੇ ਤਾਂ ਫਿਰ 10 ਮਹੀਨੇ ਦਾ ਉਹ ਵਕਫਾ ਤੁਹਾਡੇ ਕੋਲ ਹੋਣਾ ਹੈ, ਤਾਂ ਉਹਨਾਂ 10 ਮਹੀਨਿਆਂ ਦੇ ਵਿੱਚ ਕੀ ਏਜੰਡਾ ਰਹੇਗਾ ਬੀਜੇਪੀ ਦਾ? ਦੇਖੋ ਜਿਹੜਾ ਰੂਲਿੰਗ ਪਾਰਟੀ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਹੈ, ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਨੇ। ਮੈਂ ਆਪਣੀ ਗੱਲ ਕਰਦਾ, ਮੈਂ ਪਾਰਲੀਮੈਂਟ ਦਾ ਮੈਂਬਰ ਹਾਂ ਹੁਸ਼ਿਆਰਪੁਰ ਤੋਂ। ਉੱਥੇ ਦੇਖੋ ਮੈਂ 2 ਮੈਡੀਕਲ ਕਾਲਜ ਸੈਂਕਸ਼ਨ ਕਰਾਏ ਨੇ, 5000 ਦੇ ਕੰਮ ਉੱਤੇ ਹੋ ਰਹੇ ਨੇ, 2 ਨੈਸ਼ਨਲ ਹਾਈਵੇ ਸ਼ੁਰੂ ਹੋ ਰਹੇ ਨੇ, ਹੋਰ ਛੋਟੇ ਮੋਟੇ ਕੰਮ ਤਾਂ ਹੋਰ ਹੋਏ ਹੋਣਗੇ। 29 ਰੇਲਵੇ ਸਟੇਸ਼ਨ ਅਸੀਂ ਵੱਡੇ ਕਰ ਰਹੇ ਹਾਂ, ਵਰਲਡ ਕਲਾਸ ਬਣਾ ਰਹੇ ਹਾਂ। ਜੇ ਜਲੰਧਰ ਦੇ 2 ਰੇਲਵੇ ਸਟੇਸ਼ਨ ਵੀ ਲਏ ਨੇ, 99 ਕਰੋੜ ਦਾ ਜਿਹੜਾ ਟੈਂਡਰ ਹੈ ਜਲੰਧਰ ਕੈਂਟ ਦਾ ਹੋ ਚੁੱਕਾ। 300 ਕਰੋੜ ਰੁਪਏ ਲੱਗੇਗਾ ਜਲੰਧਰ ਦੇ ਸਟੇਸ਼ਨ ਦੇ। ਇਹ ਜਿੱਦਾਂ ਇੰਟਰਨੈਸ਼ਨਲ ਏਅਰਪੋਰਟ ਹੁੰਦਾ ਉਹ ਜਿਹੇ ਸਟੇਸ਼ਨ ਬਣਾਉਣੇ ਸੀ, ਦੋਨੇ ਪਾਸੇ ਖੁੱਲ੍ਹੇ ਹੋਣਗੇ, ਜਿੱਦੋਂ ਮਰਜ਼ੀ ਐਂਟਰੀ ਕਰੋ। ਇਹ ਜ਼ਮਾਨਾ ਬਦਲ ਰਿਹਾ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਣੀ ਹੈ। ਔਰ ਜੋ ਦੇਸ਼ ਤਰੱਕੀ ਕਰ ਰਿਹਾ, ਇੱਕ ਚੀਜ਼ ਅਸੀਂ ਲੈ ਕੇ ਚੱਲ ਰਹੇ ਹਾਂ 2047 'ਚ, ਜਦੋਂ ਦੇਸ਼ ਦੇ 100 ਸਾਲ ਹੋਣੇ ਆ। ਇਹ ਆਜ਼ਾਦੀ ਦਾ ਅੰਮ੍ਰਿਤ ਕਾਲ ਦਾ ਸਮਾਂ ਆਪਾਂ ਹੁਣ ਤੋਂ ਗਣ ਰਹੇ ਹਾਂ, ਜਾਂ ਤੋਂ 75 ਸਾਲਾਂ ਤੋਂ 25 ਸਾਲਾਂ ਦਾ। ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣੇਗਾ, ਦੁਨੀਆ 'ਚ ਸਭ ਤੋਂ ਤਰੱਕੀ ਵਾਲਾ ਦੇਸ਼ ਬਣੇਗਾ, ਦੁਨੀਆ ਨੂੰ ਅਗਵਾਈ ਕਰੇਗਾ ਔਰ ਵਿਕਸਿਤ ਦੇਸ਼ ਬਣੇਗਾ। ਦੁਨੀਆ ਭਾਰਤ ਵੱਲ ਦੇਖੇਗੀ, ਇਸ ਤਰ੍ਹਾਂ ਦਾ ਦੇਸ਼ ਬਣਨ ਵਾਲਾ। ਅਸੀਂ ਸੰਕਲਪ ਹੈ ਇਸ ਗੱਲ, ਜਿਸ ਢੰਗ ਨਾਲ ਤਰੱਕੀ ਕਰ ਰਿਹਾ ਦੇਸ਼, ਔਰ ਵਰਲਡ ਬੈਂਕ ਵੀ ਇਹ ਕਹਿੰਦਾ ਹੈ, IMF ਵੀ ਕਹਿੰਦਾ, ਸਾਡੇ ਕਹਿਣ ਦੀ ਗੱਲ ਨਹੀਂ ਹੈ, ਦੁਨੀਆ ਅਸੈਸ ਕਰਦੀ ਹੈ। ਪ੍ਰਧਾਨ ਮੰਤਰੀ ਨੇ ਜਿੰਨਾ ਦੁਨੀਆ ਵਿੱਚ ਭਾਰਤ ਦਾ ਨਾਂ ਚਮਕਾਇਆ, ਇਹ ਬਹੁਤ ਘੱਟ ਬਿਰਲੇ ਲੀਡਰਾਂ ਦੇ ਹਿੱਸੇ 'ਚ ਆਈ ਗੱਲ। ਜਿੱਧਰ ਪ੍ਰਧਾਨ ਮੰਤਰੀ ਜਾਣ, ਅੱਗੇ ਅਮਰੀਕਾ ਵਰਗੇ ਰਾਸ਼ਟਰਪਤੀ, ਇੱਥੇ ਦਾ ਸਾਡਾ ਪ੍ਰਧਾਨ ਮੰਤਰੀ ਜਾਵੇ ਤਾਂ ਦੂਜੇ ਤੀਜੇ ਦਿਨ ਮਿਲਦੇ ਸੀ। ਉਹਨਾਂ ਨੂੰ ਲੈਣ ਲਈ ਖੜੇ ਹੁੰਦੇ ਰੈੱਡ ਕਾਰਪੇਟ ਵਿਛਾ ਕੇ। ਇਹ ਦੇਸ਼ ਲਈ ਫਖਰ ਵਾਲੀ ਗੱਲ ਹੈ। ਤੁਸੀਂ ਹੁਸ਼ਿਆਰਪੁਰ ਲਈ ਤਾਂ ਬੜੇ ਵੱਡੇ ਪ੍ਰੋਜੈਕਟ ਲਿਆਂਦੇ, ਆਪਣੀ ਕਨਸਟੀਟਿਊਂਸੀ 'ਚ ਤਾਂ ਕੰਮ ਕਰ ਰਹੇ ਹੋ, ਪਰ ਨਾਲ ਜਿਵੇਂ ਹੁਣ ਜਲੰਧਰ ਦੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ, ਜੇ ਉਮੀਦਵਾਰ ਜਿੱਤ ਜਾਂਦੇ ਨੇ ਤੇ ਰਿਪੋਰਟ ਕਾਰਡ ਦੇ ਵਿੱਚ ਤੁਹਾਡੇ ਨੰਬਰ ਹੋਰ ਵੱਧ ਜਾਣੇ ਆ। ਦੇਖੋ ਵੈਸੇ ਇਹ ਮੈਂ ਸਵਾਲ ਪੂਰਾ ਕਰ ਲਵਾਂ ਕਿ ਸੋਮ ਪ੍ਰਕਾਸ਼ ਉਹਨਾਂ ਦੀ ਰਾਜਨੀਤੀ ਦਾ ਦਾਇਰਾ ਵੀ ਵੱਧ ਜਾਏਗਾ ਹੁਸ਼ਿਆਰਪੁਰ ਔਰ ਜਲੰਧਰ ਦੇ ਵਿੱਚ ਵੀ, ਤੁਹਾਡਾ ਜਿਹੜਾ ਵਰਚਸਵ ਹੈ ਉਹ ਵੱਧ ਜਾਏਗਾ। ਔਰ ਪਤਾ ਨਹੀਂ ਗੁੱਟਬਾਜੀ ਨੂੰ ਤੁਸੀਂ ਦੱਸੋਗੇ ਨਾ, ਫਿਰ ਕਈ ਕਹਿ ਦਿੰਦੇ ਨੇ ਕਿ ਗੁੱਟਬਾਜੀ ਹੈਗੀ ਹੈ, ਇੱਕ ਵਿਜੇ ਸਾਂਪਲਾ ਗਰੁੱਪ ਹੈ, ਇੱਕ ਸੋਮ ਪ੍ਰਕਾਸ਼ ਗਰੁੱਪ ਹੈ, ਰਾਜੇਸ਼ ਬਾਗਾ। ਕੀ ਸੋਮ ਪ੍ਰਕਾਸ਼ ਜੀ ਦਾ ਰਾਜਨੀਤੀ ਦਾ ਦਾਇਰਾ, ਉਹਨਾਂ ਦਾ ਵਰਚਸਵ ਵੱਧ ਜਾਏਗਾ ਦੁਆਬੇ ਇਲਾਕੇ ਦੇ ਵਿੱਚ? ਦੇਖੋ ਸਾਰਾ ਦੁਆਬਾ ਆਪਣਾ, ਮੈਂ ਤਾਂ ਡਿਪਟੀ ਕਮਿਸ਼ਨਰ ਰਿਹਾ, ਜਲੰਧਰ ਦਾ ਡਿਪਟੀ ਕਮਿਸ਼ਨਰ ਰਿਹਾ ਬੜਾ ਲੰਬਾ ਸਮਾਂ ਰਿਹਾ। ਔਰ ਉਦੋਂ ਮੁੱਖ ਮੰਤਰੀ ਬਾਦਲ ਸਾਹਿਬ ਸੀਗੇ। ਮੈਂ ਦੇਖੋ 4 ਚੀਫ ਮਿਨਿਸਟਰਾਂ ਨਾਲ ਕੰਮ ਕੀਤਾ, ਜਿਹੜੇ ਪ੍ਰਧਾਨ ਦੇ ਵੱਡੇ ਪ੍ਰਧਾਨ। ਪਹਿਲੇ ਸਭ ਤੋਂ ਸਾਹਿਬ ਬੇਅੰਤ ਸਿੰਘ, ਉਹਨਾਂ ਨਾਲ ਕੰਮ ਕੀਤਾ, ਫਰੀਦਕੋਟ DCC। ਫਿਰ ਉਹਦੀ ਡੈਥ ਹੋਣ ਤੋਂ ਬਾਅਦ ਬਰਾੜ ਸਾਹਿਬ ਬਣੇ, ਫਿਰ ਮੈਡਮ ਭੱਠਲ ਬਣੇ, ਫਿਰ ਪ੍ਰਕਾਸ਼ ਸਿੰਘ ਬਾਦਲ ਜੀ ਬਣੇ, ਫਿਰ ਕੈਪਟਨ ਸਾਹਿਬ ਨਾਲ, ਸਾਰਿਆਂ ਨਾਲ ਕੰਮ ਕੀਤਾ, ਬਹੁਤ ਨੇੜਿਓਂ ਕੰਮ ਕੀਤਾ ਔਰ ਕਦੇ ਜ਼ਰੂਰਤ ਨਾਲ ਕੰਮ ਕੀਤਾ। ਸਾਰਿਆਂ ਦਾ ਆਸ਼ੀਰਵਾਦ ਵੀ ਰਿਹਾ ਔਰ ਇਸ ਕਰਕੇ ਸਾਰਾ ਏਰੀਆ ਆਪਣਾ ਹੈ। ਵਿਜੇ ਸਾਂਪਲਾ ਦੀ ਤੁਸੀਂ ਗੱਲ ਕੀਤੀ ਹੈ, ਸਾਡੇ ਸੀਨੀਅਰ ਲੀਡਰ ਨੇ, ਮੇਰੇ ਉਹਨਾਂ ਕੋਈ ਵਿਚਾਰ ਡਿਫਰੈਂਸ ਨਹੀਂ, ਐਵੇਂ ਲੋਕੀ ਬਣਾ ਲੈਂਦੇ ਨੇ। ਦੇਖੋ ਹਰ ਇੱਕ ਨੇ ਆਪਣਾ ਪਰ ਪਾਰਟੀਆਂ ਸਿਆਸਤ ਸਰ ਹੁੰਦੀ ਹੈ, ਆਮ ਹੁੰਦਾ ਕਿ ਮੇਰਾ ਇਲਾਕਾ ਵੱਡੀ ਪਾਰਟੀ ਆ, ਵੱਡਾ ਕੰਮ ਹਰ ਆਪਣਾ। ਔਰ ਨੈਸ਼ਨਲ ਦੇ ਚੇਅਰਮੈਨ ਨੇ SC ਕਮਿਸ਼ਨ ਦੇ, ਕੈਬਨਿਟ ਰੈਂਕ ਉਹਨਾਂ ਦਾ ਬਹੁਤ ਵੱਡੇ ਨੇ, ਮੇਰੇ ਤੋਂ ਪੁਰਾਣੇ ਲੀਡਰ ਵੀ ਨੇ, ਵੱਡਾ ਕੱਦ ਵੀ ਉਹਨਾਂ ਦਾ ਵੱਡਾ, ਸੀਨੀਅਰ ਵੀ ਨੇ। ਤਾਂ ਮੈਂ ਤਾਂ ਉਹਨਾਂ ਦਾ ਸਤਿਕਾਰ ਹੀ ਹਮੇਸ਼ਾ ਕਰਦਾ। ਐਵੇਂ ਲੋਕਾਂ ਨੂੰ ਲੱਗਦਾ ਹੈ ਆਪਣਾ ਆਪਣਾ ਦਾਇਰਾ ਵੱਖਰਾ, ਕੋਈ ਲੜਾਈ ਝਗੜਾ ਨਹੀਂ। ਅੱਛਾ, ਫਿਰ ਜੇ ਗੁੱਟਬਾਜੀ ਦੀ ਗੱਲ ਹੁੰਦੀ ਹੈ ਤਾਂ ਜਿਹੜੇ ਲੀਡਰ ਤੁਹਾਡੀ ਪਾਰਟੀ 'ਚ ਨਵੇਂ ਸ਼ਾਮਲ ਹੋਏ, ਅੱਜ ਸਰਬਜੀਤ ਮੱਕੜ ਹੁਣਾਂ ਦੀ ਸੁਖਬੀਰ ਬਾਦਲ ਦੇ ਨਾਲ ਫੋਟੋਆਂ, ਉਹਨਾਂ ਨੇ ਫੋਟੋਆਂ ਆਪਣੀ ਫੇਸਬੁੱਕ 'ਤੇ ਪਾਈਆਂ। ਸੁਖਬੀਰ ਬਾਦਲ ਨੇ ਅੱਜ ਜੱਫੀ ਪਾ ਕੇ ਉਹ ਫੋਟੋ ਆਪਣੀ ਫੇਸਬੁੱਕ 'ਤੇ ਸ਼ੇਅਰ ਕੀਤੀ। ਚਲੋ ਹੋ ਸਕਦਾ ਕਿ ਈਦਗਾਹ 'ਤੇ ਮਿਲ ਤੇ ਗਏ ਹੁਣ ਇਕੱਠੇ, ਪਰ ਉਹ ਫੋਟੋ ਪਾ ਕੇ ਆਪਣੀ ਫੇਸਬੁੱਕ 'ਤੇ ਸ਼ੇਅਰ ਕਰਨੀ, ਇਹ ਮੈਸੇਜ ਤਾਂ ਨਹੀਂ ਦੇਣਾ ਚਾਹੁੰਦੇ ਤੁਹਾਨੂੰ ਕੋਈ? ਨਹੀਂ, ਕੋਈ ਮੈਸੇਜ ਨਹੀਂ। ਅੱਜ ਈਦ ਦਾ ਦਿਨ ਹੈ, ਕਿਸੇ ਨੂੰ ਵੀ ਗਲੇ ਲਾ ਕੇ ਮਿਲਦੇ ਆ, ਦੁਸ਼ਮਣ ਵੀ ਗਲੇ ਲਾ ਕੇ ਮਿਲਦੇ ਆ। ਮੱਕੜ ਸਾਹਿਬ ਤੁਹਾਡੇ ਨਾਲ ਹੀ ਨੇ ਨਾ? ਮੱਕੜ ਸਾਹਿਬ ਸਾਡੇ ਨਾਲ ਮਿੱਤਰ ਨੇ, ਸਾਡੇ ਵੱਡੇ ਲੀਡਰ ਨੇ। ਇੱਕ ਤੁਹਾਨੂੰ ਦੱਸਾਂ, ਸਰ ਸੁਖਬੀਰ ਸਿੰਘ ਬਾਦਲ ਤੇ ਮਿਲੇ, ਮੈਂ ਵੀ ਜੱਫੀ ਪਾ ਕੇ ਮਿਲਾਂਗਾ ਉਹਨਾਂ ਨੂੰ, ਸਾਡੇ ਮਿੱਤਰ। ਹੋ ਸਕਦਾ ਕਿ ਤੁਸੀਂ ਤੁਹਾਡੀ ਫੋਟੋ ਨਾ ਅਪਲੋਡ ਕਰਨ, ਮੈਂ ਕਰ ਮੈਨੂੰ ਕਰਨ ਕਿਉਂ? ਤੁਸੀਂ ਕਰ ਦੋਗੇ? ਕੋਈ ਵੀ ਹੋਏ, ਨਵਜੋਤ ਸਿੱਧੂ ਮਿਲੇ, ਉਹਨਾਂ ਨਾਲ ਵੀ ਕਰਾਂਗੇ, ਕਿਉਂਕਿ ਇਹਨਾਂ ਨਾਲ ਸਾਡਾ ਪੁਰਾਣੇ ਸਾਥੀ ਆ। ਕੋਈ ਸਾਡੀ ਸਿਆਸੀ ਤੌਰ 'ਤੇ ਵੱਖ-ਵੱਖ ਹੈ,
ਪੋਲੀਟੀਕਲੀ ਡਿਫਰੈਂਸ ਹੋ ਸਕਦੇ ਨੇ, ਨਿੱਜੀ ਤੌਰ ਤੇ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ। ਮੈਂ ਤਾਂ ਕਿਤੇ ਵੀ ਕੋਈ ਮਿਲਨੇ ਪਿਆਰ ਨਾਲ ਮਿਲਦੇ ਹਾਂ, ਇੱਕ ਦੂਜੇ ਦੇ ਘਰ ਵੀ ਜਾਂਦੇ ਹਾਂ, ਇੱਕ ਦੂਜੇ ਦੇ ਘਰ ਸਾਡੇ ਵੀ ਆਉਂਦੇ ਨੇ। ਮੈਂ ਜੋ ਉੱਥੇ ਦਿੱਲੀ ਰਹਿਣਾ, ਕਾਂਗਰਸ ਦੇ ਸਾਰੇ ਐਮਪੀਆਂ ਨਾਲ ਪਿਆਰ ਹੈ, ਉਹ ਮੇਰੇ ਕੋਲ ਆਉਂਦੇ ਨੇ, ਮੈਂ ਉਹਨਾਂ ਕੋਲ ਜਾਂਦਾ। ਇਹਦਾ ਮਤਲਬ ਥੋੜਾ ਵੀ ਅਸੀਂ ਪਾਰਟੀਆਂ ਛੱਡ ਕੇ ਖਰਾਬ ਕਰਦੇ ਹਾਂ, ਪਾਰਟੀਆਂ ਦੇ ਕੰਮ ਵੀ ਕਰਦੇ ਹਾਂ, ਪਰ ਰਲ ਕੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਪਰ ਕਿਉਂਕਿ ਜਲੰਧਰ ਦੇ ਵਿੱਚ ਹਵਾ ਹੀ ਇਸ ਤਰ੍ਹਾਂ, ਇਸ ਵਾਰ ਦਾ ਚੋਣ ਪ੍ਰਚਾਰ ਹੀ ਇਸ ਤਰ੍ਹਾਂ ਦਾ ਹੈ ਕਿ ਉਸ ਪਾਰਟੀ ਤੋਂ ਤੋੜ ਕੇ ਇੱਧਰ ਲਿਆਓ ਲੀਡਰ, ਤੇ ਉਹ ਹਵਾ ਉਸ ਪਾਰਟੀ ਦੀ ਬਣ ਜਾਂਦੀ ਹੈ। ਐਵੇਂ ਗੱਲ ਹੈ, ਅੰਦਰੋਂ ਖੋਖਲੇ ਨੇ, ਕਹਿਣ ਨੂੰ ਕੁਝ ਹੈ ਨਹੀਂ। ਮੱਕੜ ਨੇ ਜੱਫੀ ਪਾ ਲਈ, ਮੱਕੜ ਉਹਦੇ ਨਾਲ ਹੀ ਰਿਹਾ। ਸੁਖਬੀਰ ਸਿੰਘ ਬਾਦਲ ਦੇ ਜੇ ਉਹਨਾਂ ਨਾਲ ਬਣਦੀ ਨਹੀਂ, ਛੱਡ ਕੇ ਕਿਉਂ ਆਉਂਦਾ? ਛੱਡ ਕੇ ਦੁਖੀ ਹੋ ਕੇ ਛੱਡ ਕੇ ਆਏ ਨੇ, ਕਿਉਂਕਿ ਉੱਧਰ ਨੂੰ ਭਵਿੱਖ ਨਜ਼ਰ ਨਹੀਂ ਆਉਂਦਾ, ਇਸ ਕਰਕੇ ਆਏ ਨੇ। ਇਹਦੀ ਕੋਈ ਚਿੰਤਾ ਨਾ ਕਰੋ, ਹੈ ਬਿਲਕੁਲ ਠੀਕ ਠਾਕ ਨੇ। ਜਿਹੜੇ ਤੁਸੀਂ ਪਾਰਟੀਆਂ ਚੋਂ ਬਾਹਰ ਦੂਜੀ ਪਾਰਟੀਆਂ ਤੋਂ ਆਪਣੀ ਪਾਰਟੀ 'ਚ ਸ਼ਾਮਲ ਕਰਾਏ, ਜਾਂ ਤੁਹਾਡੇ ਜਲੰਧਰ ਦੇ ਖਾਸ ਕਰਕੇ ਪੁਰਾਣੇ ਲੀਡਰ ਹੈ, ਸਾਰੇ ਆਪਸ 'ਚ ਇਹਨਾਂ ਦਾ ਕਮਿਊਨੀਕੇਸ਼ਨ ਠੀਕ ਹੈ, ਕੰਫਰਟੇਬਲ ਨੇ ਸਾਰੇ? ਦੇਖੋ, ਪਾਰਟੀ ਸਾਡੀ ਅਟਰੈਕਸ਼ਨ ਹੈ। ਸਾਰੀਆਂ ਪਾਰਟੀਆਂ ਨੂੰ ਛੱਡ ਕੇ, ਅਕਾਲੀ ਦਲ ਚੋਂ ਵੀ ਛੱਡ ਕੇ ਸਾਡੇ ਕੋਲ ਆ ਰਹੇ ਨੇ, ਸਾਨੂੰ ਕਾਂਗਰਸ ਵਾਲੇ ਵੀ ਛੱਡ ਕੇ ਆ ਰਹੇ ਨੇ, ਆਪ ਵਾਲਾ ਵੀ ਵੇਲੇ ਵੇਲੇ ਆ ਰਹੇ ਨੇ। ਜਿਹੜਾ ਅਸੀਂ ਸ਼ਾਹਕੋਟ ਲਾਇਆ ਡਾਕਟਰ, ਉਹ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਵੇਲੇ ਵੇਲੇ ਲੜਿਆ ਸੀ। ਸੋ ਸਾਰੀਆਂ ਪਾਰਟੀਆਂ ਤੋਂ ਆ ਰਹੇ ਨੇ, ਸਾਰਿਆਂ ਦਾ ਸਵਾਗਤ ਹੈ। ਸਾਰੇ ਸਿਸਟਮ ਦੇ ਵਿੱਚ ਰਚਦੇ ਨੇ ਸਾਰੇ, ਥੋੜਾ ਸਮਾਂ ਵੀ ਲੱਗਦਾ, ਇਸ ਕਰਕੇ। ਪਰ ਕੁਛ ਜਿਹੜੇ ਲੀਡਰ, ਜਿੱਦਾਂ ਰਾਣਾ ਗੁਰਮੀਤ ਸੋਢੀ, ਉਹਨਾਂ ਦਾ ਮੈਂ ਇੰਟਰਵਿਊ ਕੀਤਾ, ਫਤਿਹ ਜੰਗ ਬਾਜਵਾ, ਇਹ ਕਹਿੰਦੇ ਕਿ ਬੀਜੇਪੀ ਨੇ ਜੇ ਵਾਕਈ ਗਰੋ ਕਰਨਾ ਸਟੇਟ ਦੇ ਵਿੱਚ, ਤਾਂ ਫਿਰ ਇਹਨਾਂ ਨੂੰ ਇੱਕ ਸਿੱਖ ਲੀਡਰ ਅੱਗੇ ਲਿਆਉਣਾ ਪਏਗਾ, ਪੰਜਾਬ ਦੇ ਵਿੱਚ ਸਿੱਖ ਪ੍ਰਧਾਨ ਬਣਾਉਣਾ ਪਊਗਾ। ਦੇਖੋ, ਮੈਰਿਟ ਤੇ ਜਿਹੜਾ ਵੀ ਬਣੇਗਾ, ਸਿੱਖ ਹੋਵੇ, ਐਸਸੀ ਹੋਵੇ ਜਾਂ ਹਿੰਦੂ ਹੋਵੇ, ਉਹ ਕੋਈ ਮੈਟਰ ਨਹੀਂ ਕਰਦਾ ਹੈ। ਜਿਹੜਾ ਵੀ ਪਾਰਟੀ ਠੀਕ ਸਮਝ ਕੇ ਉਹਨੂੰ ਬਣਾਏਗੀ। ਪਰ ਤੁਹਾਡੇ ਲੀਡਰ ਖੁੱਲਿਆ ਮੈਂ ਮੰਗ ਰੱਖਣ ਲੱਗ ਪਏ ਨਾ, ਤੇ ਚੰਗੀ ਗੱਲ ਹੈ, ਕੋਈ ਮੰਗਣ 'ਚ ਕਿਉਂ ਹਰਜ ਹੈ? ਮੇਰਾ ਵਿਚਾਰ ਹੋ ਸਕਦਾ ਹੈ, ਪਾਰਟੀ ਦੇ ਅਸੀਂ 100 ਬੰਦੇ ਬੈਠੇ ਹੋਵਾਂਗੇ। ਤੁਹਾਡੀ ਪਾਰਟੀ 'ਚ ਇਹ ਕਲਚਰ ਹੁੰਦਾ ਨਹੀਂ ਵੈਸੇ ਕਿ ਖੁੱਲਿਆ ਕੋਈ ਚੀਜ਼? ਨਹੀਂ, ਪਾਰਟੀ ਦੇ ਵਿੱਚ 100 ਬੰਦਾ ਬੈਠਾ, ਉਹ ਤੋਂ ਪੁੱਛੇ ਤੇਰਾ ਕੀ ਵਿਚਾਰ ਹੈ, ਤੇਰਾ ਕੀ ਵਿਚਾਰ ਹੈ, ਸਾਰਿਆਂ ਦੀ ਗੱਲ ਸੁਣ ਕੇ ਫੈਸਲਾ ਤਾਂ ਇੱਕੋ ਹੁੰਦਾ। ਜਿਵੇਂ ਤੁਸੀਂ ਹੁਣ ਕਦੇ ਪੁੱਛਿਆ ਜੀ ਕੈਂਡੀਡੇਟ ਬਾਰੇ, 4 ਕੈਂਡੀਡੇਟ ਦੇ ਨਾਂ ਗਏ, ਉਹਨਾਂ 'ਚ ਇੱਕ ਸਿਲੈਕਟ ਹੋ ਗਿਆ। ਪਰ ਜਿਸ ਤਰ੍ਹਾਂ ਕਾਂਗਰਸੀ ਸਪੀਡ ਦੇ ਨਾਲ ਤੁਹਾਡੀ ਪਾਰਟੀ 'ਚ ਆਏ ਨੇ, ਕਾਂਗਰਸ ਦਾ ਕਲਚਰ ਇੱਥੇ ਆ ਜਾਊਗਾ ਕਿ ਉਹ ਇਸ ਕਲਚਰ ਦੇ ਵਿੱਚ? ਦੇਖੋ, ਬੇਸਿਕ ਜੋ ਪਾਰਟੀ ਦੇ ਅਸੂਲ ਹੈ ਉਹ ਤਾਂ ਕਾਇਮ ਰੱਖਣਗੇ, ਉਹ ਤੇ ਦੂਜਿਆਂ ਨੂੰ ਸਾਰੇ ਚੱਲ ਹੀ ਰਹੇ ਨੇ। ਔਰ ਬਹੁਤ ਲੋਕੀ ਕਹਿੰਦੇ ਨੇ ਜਿਹੜੇ ਕਾਂਗਰਸ 'ਚੋਂ ਆਏ ਨੇ, ਜਿਸ ਤਰ੍ਹਾਂ ਦੀ ਤੁਹਾਡੀ ਪਾਰਟੀ ਦਾ ਡਿਸਿਪਲਿਨ ਹੈ, ਜਿਸ ਢੰਗ ਨਾਲ ਪਾਰਟੀ ਕੰਮ ਕਰਦੀ ਹੈ, ਜਿਸ ਤਰ੍ਹਾਂ ਪਾਰਟੀ ਟ੍ਰੇਨਿੰਗ ਦਿੰਦੀ ਹੈ, ਜਿਸ ਤਰ੍ਹਾਂ ਪਾਰਟੀ ਬੈਠ ਕੇ ਸੈਮੀਨਾਰ ਕਰਦੀ ਹੈ, ਸਾਡੀ ਪਾਰਟੀ 'ਚ ਕਦੇ ਪਹਿਲਾਂ ਨਹੀਂ ਸੀ। ਉਹਨਾਂ ਨੂੰ ਚੰਗਾ ਲੱਗਦਾ, ਦੇ ਐਪਰੀਸ਼ੀਏਟਡ। ਇਸ ਕਰਕੇ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਆਖਰੀ ਸਵਾਲ, ਅੱਜ ਦੀ ਤਰੀਕ ਦੇ ਹਿਸਾਬ ਨਾਲ ਤੁਸੀਂ 10 ਮਈ ਨੂੰ ਕਿੰਨੀ ਕੁ ਲੀਡ ਸਮਝਦੇ ਹੋ ਕਿ ਇੰਨੀ ਲੀਡ ਦੇ ਨਾਲ ਤੁਹਾਡਾ ਉਮੀਦਵਾਰ ਲੋਕ ਸਭਾ ਜਾ ਸਕਦਾ? ਦੇਖੋ, ਬਹੁਤ ਤੇਜ਼ੀ ਨਾਲ ਜਿਹੜਾ ਚੋਣ ਕੰਪੇਨ ਤੇਜ਼ੀ ਨਾਲ ਤੇਜ਼ ਹੋ ਰਹੀ ਹੈ, ਮਗ ਰਹੀ ਹੈ, ਔਰ ਪੀਕ ਤੇ ਪਹੁੰਚਣੀ ਹੈ। ਹਲੇ ਪੀਕ ਤੇ ਹਲੇ ਪਹੁੰਚਣੀ ਹੈ ਕਿ ਵਿਡਰਾਲ ਹੋਣੇ ਆ, ਉਸ ਤੋਂ ਬਾਅਦ ਲੋਕ ਸਾਡੇ ਲੀਡਰ ਬਾਹਰੋਂ ਵੀ ਆਉਣਗੇ। ਹੁਣ ਜਿਵੇਂ ਤੁਸੀਂ ਯੋਗੀ ਜੀ ਦੀ ਗੱਲ ਸਾਰੇ ਕਰਦੇ ਆ, ਸ਼ਾਇਦ ਉਹ ਵੀ ਆਉਣਗੇ। ਯੋਗੀ ਜੀ ਆਉਣਗੇ, ਕੋਸ਼ਿਸ਼ ਕਰ ਰਹੇ ਆ ਜੀ, ਉਹ ਆਉਣਗੇ। ਯੋਗੀ ਆਉਣਗੇ, ਸਮ੍ਰਿਤੀ ਇਰਾਨੀ ਜੀ ਆਉਣਗੇ, ਸਟਾਰ ਪ੍ਰਚਾਰਕਾਂ ਦੇ ਨਾਂ ਤੁਸੀਂ ਦੇਖੇ ਹੋਣੇ ਆ ਜੀ। ਸੋ ਉਹ ਆਉਣਗੇ। ਹਵਾ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਇੱਕ ਬੜਾ ਸਰਪ੍ਰਾਈਜ਼ ਦੇਗੀ। ਇੱਕ ਤੁਸੀਂ ਜਿਹੜੀ ਤੁਸੀਂ ਕਈ ਵਾਰ ਸੋਚਦੇ ਹੋ ਇਹ ਪਾਰਟੀ ਬਹੁਤ ਕੰਮ ਕਰ ਰਹੀ, ਭਾਰਤੀ ਜਨਤਾ ਪਾਰਟੀ ਇੱਕ ਸਰਪ੍ਰਾਈਜ਼ ਦੇਗੀ ਲੋਕਾਂ ਨੂੰ, ਔਰ ਜਿੱਤ ਪ੍ਰਾਪਤ ਕਰੇਗੀ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਮਿਹਰਬਾਨੀ, ਧੰਨਵਾਦ ਜੀ।